ਰੀਡਿੰਗ ਦੇ ਵਿੱਚ ਲਿਸਟ ਆਫ ਹੈਡਿੰਗਸ ਬਹੁਤ ਸਾਰੇ ਸਟੂਡੈਂਟਸ ਦੇ ਲਈ ਹਮੇਸ਼ਾ ਹੀ ਪ੍ਰੋਬਲਮ ਰਹਿੰਦੀ ਹੈ ਔਰ ਬਹੁਤ ਸਾਰੇ ਸਟੂਡੈਂਟਸ ਨੂੰ ਡਿਫਿਕਲਟ ਲੱਗਦਾ ਕਿ ਕਿਵੇਂ ਅਟੈਂਪਟ ਕੀਤਾ ਜਾਵੇ ਲਿਸਟ ਆਫ ਹੈਡਿੰਗਸ ਨੂੰ, ਕਿਵੇਂ ਐਡੇ ਵੱਡੇ ਪੈਰਾਗ੍ਰਾਫ ਨੂੰ ਪੜ੍ਹ ਕੇ ਉਹਨਾਂ ਦੇ ਲਈ ਇੱਕ ਪਾਰਟਿਕੂਲਰ ਸੂਟੇਬਲ ਹੈਡਿੰਗ ਨੂੰ ਚੂਜ਼ ਕੀਤਾ ਜਾਵੇ। ਸੋ ਸਟੂਡੈਂਟਸ, ਅਗਰ ਤੁਹਾਡੀ ਵੀ ਇਹ ਪ੍ਰੋਬਲਮ ਸੇਮ ਹੈਗੀ ਹੈ ਤਾਂ ਇਸ ਵੀਡੀਓ ਦੇ ਵਿੱਚ ਡੈਫੀਨੇਟਲੀ ਤੁਹਾਡੀ ਇਸ ਪ੍ਰੋਬਲਮ ਦਾ ਹੱਲ ਜਿਹੜਾ ਮੈਂ ਕਰੂੰਗਾ, ਬਿਕੋਜ਼ ਲਿਸਟ ਆਫ ਹੈਡਿੰਗਸ ਬਹੁਤ ਜ਼ਿਆਦਾ ਈਜ਼ੀ ਹੈਗੇ ਆ, ਬਟ ਵੀ ਜਸਟ ਹੈਵ ਟੂ ਫੋਕਸ ਔਨ ਸਮਥਿੰਗ ਇੰਪੋਰਟੈਂਟ। ਕਿਵੇਂ ਇਹ ਸਾਰਾ ਕੁਝ ਕਰਨਾ ਹੈ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਔਰ ਡੈਫੀਨੇਟਲੀ ਕਹਿੰਦਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲਿਸਟ ਆਫ ਹੈਡਿੰਗਸ ਵਿਲ ਨਾਟ ਬੀ ਅ ਪ੍ਰੋਬਲਮ ਫॉर ਯੂ। ਫਸਟ ਆਫ ਆਲ ਯੂ ਹੈਵ ਟੂ ਵਾਚ ਦਿਸ ਕੰਪਲੀਟ ਵੀਡੀਓ ਐਂਡ ਆਫਟਰ ਦੈਟ ਡੈਫੀਨੇਟਲੀ ਤੁਸੀਂ ਆਪਣੇ ਆਪ ਦੇ ਵਿੱਚ ਇੰਪਰੂਵਮੈਂਟ ਦੇਖੋਗੇ ਕਿ ਤੁਸੀਂ ਈਜ਼ੀਲੀ ਜਿਹੜਾ ਲਿਸਟ ਆਫ ਹੈਡਿੰਗਸ ਨੂੰ ਕਰ ਪਾਓਗੇ। ਸੋ ਟਾਈਮ ਵੇਸਟ ਨਹੀਂ ਕਰਦੇ, ਅਸੀਂ ਜਿਹੜਾ ਸਟਾਰਟ ਕਰਦੇ ਹਾਂ ਕਿ ਕਿਵੇਂ ਆਪਾਂ ਇਸ ਕੁਐਸਚਨਸ ਨੂੰ ਅਟੈਂਪਟ ਕਰਨਾ। हाँ स्टूडेंट, उस तो पहले एक इंपॉर्टेंट चीज़ हैगी आ कि वीडियो ਨੂੰ ਲਾਈਕ ਜਾਂ ਹਾਲੇ ਤੱਕ ਸਬਸਕ੍ਰਾਈਬ ਜ਼ਰੂਰ ਨਾ ਕਰਿਓ, ਕਿਉਂਕਿ ਵੀਡੀਓ ਨੂੰ ਦੇਖਣ ਤੋਂ ਬਾਅਦ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੂਗੀ, ਇਹ ਲਿਸਟ ਆਫ ਹੈਡਿੰਗਸ ਕਰਨ ਦਾ ਤਰੀਕਾ ਤੁਹਾਨੂੰ ਮੇਰਾ ਵਧੀਆ ਲੱਗੂਗਾ ਤਾਂ ਜ਼ਰੂਰ ਉਸ ਤੋਂ ਬਾਅਦ ਤੁਸੀਂ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਕਰਕੇ ਜਾਓ। ਸਟੂਡੈਂਟਸ, ਫਾਈਂਡ ਆਊਟ ਕਰਨ ਤੋਂ ਪਹਿਲਾਂ ਫਸਟ ਆਫ ਆਲ ਦੋ ਤਿੰਨ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ, ਮੈਂ ਤੁਹਾਨੂੰ ਉਹ ਬੇਸਿਕਲੀ ਦੱਸਣਾ। ਸਟੂਡੈਂਟਸ, ਜਦੋਂ ਵੀ ਆਪਾਂ ਲਿਸਟ ਆਫ ਹੈਡਿੰਗਸ ਕਰਨੀਆਂ, ਇੱਕ ਦੋ ਚੀਜ਼ਾਂ ਦਾ ਇੰਪੋਰਟੈਂਟ ਜਿਹੜਾ ਆਪਣੇ ਮਾਈਂਡ ਦੇ ਵਿੱਚ ਹਮੇਸ਼ਾ ਰੱਖਣਾ, ਜਿਹਦੇ ਵਿੱਚ ਨੰਬਰ 1 ਤੇ ਹੈਗਾ ਸਟੂਡੈਂਟਸ ਤੁਹਾਨੂੰ ਕੁਛ ਨਾ ਕੁਛ ਜਿਹੜੇ ਸਿਨੋਨਿਮਸ ਹੈਗੇ ਆ ਉਹਨਾਂ ਨੂੰ ਆਪਣੇ ਮਾਈਂਡ 'ਚ ਰੱਖਣਾ ਪੈਣਾ। ਕਿਵੇਂ ਰੱਖਣਾ ਆ ਮੈਂ ਤੁਹਾਨੂੰ ਦੱਸਦਾ ਉਹ ਵੀ। ਨੰਬਰ 2 ਦੇ ਉੱਤੇ ਸਟੂਡੈਂਟਸ ਆਲਵੇਜ਼ ਟਰਾਈ ਟੂ ਅੰਡਰਸਟੈਂਡ ਵਾਟ ਇਜ਼ ਇੰਪਲਾਈਡ ਮੀਨਿੰਗ। ਇੰਪਲਾਈਡ ਮੀਨਿੰਗ ਕੀ ਹੁੰਦਾ ਇਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਣਾ। ਦੋ ਕੰਮ ਹੈਗੇ ਆ ਜਿਹੜੇ ਜ਼ਰੂਰੀ ਕਰਨੇ ਆ, ਸਿਨੋਨਿਮਸ ਮਾਈਂਡ 'ਚ ਰੱਖਣੇ ਆ ਐਂਡ ਇਸ ਦੇ ਨਾਲ ਦੀ ਨਾਲ ਯੂ ਹੈਵ ਟੂ ਟਰਾਈ ਟੂ ਅੰਡਰਸਟੈਂਡ ਦਾ ਇੰਪਲਾਈਡ ਮੀਨਿੰਗ। ਵਾਟ ਇਜ਼ ਸਿਨੋਨਿਮਸ ਤੁਹਾਨੂੰ ਪਤਾ ਹੀ ਆ ਕਿ ਸਿਮਿਲਰ ਵਰਡਸ ਜਿਹੜੇ ਆ ਕਿ ਸਿਮਿਲਰ ਕਾਈਂਡ ਆਫ ਵਰਡਸ ਹੋ ਸਕਦੇ ਆ। ਇਸ ਤੋਂ ਇਲਾਵਾ ਇੰਪਲਾਈਡ ਮੀਨਿੰਗ ਸਟੂਡੈਂਟਸ ਕੀ ਹੁੰਦਾ ਕਿ ਜਦੋਂ ਕੋਈ ਨਾ ਕੋਈ ਗੱਲ ਕਹੀ ਜਾ ਰਹੀ ਆ ਉਹਦਾ ਆਪੋਜ਼ਿਟ ਮੀਨਿੰਗ ਕੀ ਨਿਕਲਦਾ, ਦੈਟ ਇਜ਼ ਕਾਲਡ ਦਾ ਇੰਪਲਾਈਡ ਮੀਨਿੰਗ, ਕਿ ਕਿਆ ਕੁਝ ਹੋਰ ਜਾ ਰਿਹਾ ਬਟ ਮੀਨਿੰਗ ਕੁਝ ਹੋਰ ਨਿਕਲਿਆ ਉਹਦੇ ਆਪੋਜ਼ਿਟ। ਲੈਟ ਮੀ ਟੇਕ ਐਨ ਐਗਜ਼ਾਮਪਲ, ਜਿਵੇਂ ਕਿ ਇੱਥੇ ਲਿਖਿਆ ਹੋਇਆ ਡਿਸਓਬੇਇੰਗ FAA ਰੈਗੂਲੇਸ਼ਨਸ। ਹੁਣ ਜਿਵੇਂ ਕਿ ਤੁਹਾਨੂੰ ਪਤਾ ਡਿਸਓਬੇ ਮੀਨਸ ਕੀ ਕਰਨਾ ਹੁੰਦਾ, ਸਿਨੋਨਿਮਸ ਇਹਦਾ ਕੀ ਹੋਊਗਾ ਕਿ ਕਿਸੇ ਚੀਜ਼ ਨੂੰ ਫੋਲੋ ਨਾ ਕਰਨਾ, ਕਿਸੇ ਚੀਜ਼ ਨੂੰ ਆਪਾਂ ਕਹਿ ਸਕਦੇ ਅਵਾਇਡ ਨਾ ਕਰਨਾ, ਰੂਲਸ ਨੂੰ ਨਾ ਮੰਨਣਾ। ਸੋ ਡਿਸਓਬੇ ਜਿਵੇਂ ਇੱਥੇ ਲਿਖਿਆ ਤਾਂ ਇਹਦਾ ਮਤਲਬ ਕੀ ਹੈ ਕਿ ਇਹਦਾ ਆਪੋਜ਼ਿਟ ਮੀਨਿੰਗ ਜਿਹੜਾ ਬਣਦਾ ਉਹ ਹੈਗਾ ਓਬੇ ਕਰਨਾ। ਵੀ ਹੋ ਸਕਦਾ ਸਾਨੂੰ ਡਿਸਓਬੇਇੰਗ ਕਿਤੇ ਨਾ ਦਿੱਤਾ ਹੋਵੇ ਬਟ ਓਬੇ ਕਰਕੇ ਗੱਲ ਹੋਰ ਤਰੀਕੇ ਨਾਲ ਲਿਖੀ ਹੋਵੇ। ਸੋ ਦੈਟ ਵੁੱਡ ਬੀ ਇੰਪਲਾਈਡ ਮੀਨਿੰਗ। ਫਸਟ ਇੰਪੋਰਟੈਂਟ ਜਿਹੜੀ ਸਟੂਡੈਂਟਸ ਚੀਜ਼ ਹੈਗੀ ਹੈ ਦੈਟ ਇਜ਼ ਯੂ ਹੈਵ ਟੂ ਫਾਈਂਡ ਦਾ ਕੀਵਰਡਸ ਨੂੰ ਫਾਈਂਡ ਆਊਟ ਕਰਨਾ ਆਪਣੇ ਲਿਸਟ ਆਫ ਹੈਡਿੰਗਸ ਦੇ ਵਿੱਚੋਂ। ਕਿਵੇਂ? ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਆ ਡਿਸਓਬੇਇੰਗ FAA ਰੈਗੂਲੇਸ਼ਨਸ। ਇੱਥੇ ਸਾਡਾ ਆ ਜਿਹੜਾ ਵਰਡ ਹੈ ਸਟੂਡੈਂਟ ਇੰਪੋਰਟੈਂਟ ਹੈਗਾ, ਡਿਸਓਬੇ ਕਰਨਾ, ਕਿਸੇ ਚੀਜ਼ ਨੂੰ ਨਾ ਮੰਨਣਾ। ਜਿਵੇਂ ਕਿ ਓਬੇ ਲਿਖਿਆ ਨਾ ਇਹ ਤਾਂ ਪੋਜ਼ਿਟਿਵ ਹੋ ਗਿਆ, ਇਹਨੂੰ ਆਪਾਂ ਕਹਿ ਸਕਦੇ ਹਾਂ ਫੋਲੋ ਨਾ ਕਰ, ਟੂ ਨਾਟ ਅਬਾਈਡ ਮੀਨਸ ਵੀ ਕੀ ਹੁੰਦਾ ਕਿਸੇ ਚੀਜ਼ ਨੂੰ ਮੰਨਣਾ, ਨਾਟ ਅਬਾਈਡ ਮੀਨਸ ਕਿ ਕਿਸੇ ਚੀਜ਼ ਨੂੰ ਨਾ ਮੰਨਣਾ, ਨਾ ਫੋਲੋ ਕਰਨਾ। FAA ਰੈਗੂਲੇਸ਼ਨਸ ਤੋਂ ਵੀ ਸਾਨੂੰ ਪਤਾ ਲੱਗ ਜੂ। ਨੈਕਸਟ ਵੀ ਹੈਵ ਐਵੀਏਸ਼ਨ ਡਿਜ਼ਾਸਟਰ ਪ੍ਰੋਮਪਟਸ ਐਕਸ਼ਨ। ਐਵੀਏਸ਼ਨ ਮੀਨਸ ਕੀ ਆ, ਕੋਈ ਵੀ ਸਾਡਾ 에ਅਰ ਦੇ ਨਾਲ ਪਲੇਨਸ ਦੇ ਨਾਲ ਰਿਲੇਟਡ ਚੀਜ਼ ਹੋ ਗਈ। ਡਿਜ਼ਾਸਟਰ ਮੀਨਸ ਕਿ ਕੋਈ ਨਾ ਕੋਈ ਘਟਨਾ ਹੋਈ ਆ। ਪ੍ਰੋਮਪਟਸ ਮੀਨਸ ਕੀ ਆ ਕਿ ਉਹਦੇ ਕਰਕੇ ਕੋਈ ਨਾ ਕੋਈ ਐਕਸ਼ਨ ਲਿਆ ਗਿਆ ਜਦੋਂ। ਸੋ ਇਟ ਮੀਨਸ ਕਿ ਐਵੀਏਸ਼ਨ ਡਿਜ਼ਾਸਟਰ ਆਪਾਂ ਦੇਖਾਂਗੇ ਕਿਸੇ ਪੈਰੇ 'ਚ ਗੱਲ ਹੋਈ ਇਹਦੀ। ਉਸ ਤੋਂ ਬਾਅਦ ਵੀ ਹੈਵ ਟੂ ਕੋਇਨਸੀਡੈਂਟਲ ਡਿਵੈਲਪਮੈਂਟਸ, ਟੂ ਕੋਇਨਸੀਡੈਂਟਸ। ਸੋ ਕੋਇਨਸੀਡੈਂਟ ਕੀ ਹੁੰਦਾ ਸਟੂਡੈਂਟਸ ਕਿ ਇੱਕ ਕੋਈ ਨਾ ਕੋਈ ਚੀਜ਼ ਹੋਈ ਆ ਉਹਦੇ ਨਾਲ ਜਿਹੜੀ ਦੂਜੀ ਆ ਆਟੋਮੈਟਿਕਲੀ ਹੋ ਗਈ, ਉਹਨੂੰ ਕੀਤਾ ਨਹੀਂ ਹੈਗਾ। ਸੋ ਉਹਨੂੰ ਕਹਿੰਦੇ ਕੋਇਨਸੀਡੈਂਟਲੀ, ਜਿਹਨੂੰ ਆਪਾਂ ਇਤਫਾਕ ਦੇ ਨਾਲ ਕਹਿ ਦਿੰਦੇ ਕਿ ਬਾਈ ਚਾਂਸ ਕੋਈ ਨਾ ਕੋਈ ਚੀਜ਼ ਹੋ ਜਾਣੀ। ਸੋ ਦੈਟ ਇਜ਼ ਕਾਲਡ ਟੂ ਆਪਾਂ ਇਹ ਦੇਖਾਂਗੇ ਕਿੱਥੇ ਹੋਈਆਂ। ਸੈਟਿੰਗ ਅਲਟੀਟਿਊਡ ਜ਼ੋਨਸ। ਅਲਟੀਟਿਊਡ ਮੀਨਸ ਕੀ ਆ, ਹਾਈ ਕਿੰਨਾ, ਕੋਈ ਚੀਜ਼ ਉਚਾਈ ਉਹਦੀ ਕਿੰਨੀ ਆ ਉਹਦੇ ਬਾਰੇ ਹੁੰਦਾ। ਸੋ ਅਲਟੀਟਿਊਡ ਜ਼ੋਨਸ ਦੇ ਬਾਰੇ ਗੱਲ ਹੋ ਰਹੀ ਆ ਕਿ ਇਹਨਾਂ ਨੂੰ ਕਿਵੇਂ ਸੈੱਟ ਕੀਤਾ ਜਾਂਦਾ ਉਹਦੇ ਬਾਰੇ। ਐਨ ਓਵਰ ਸਿੰਪਲੀਫਾਈਡ ਵਿਊ ਦਾ ਮੀਨਸ ਕੀ ਆ ਕਿ ਕਿਸੇ ਚੀਜ਼ ਦੇ ਬਾਰੇ ਕੋਈ ਨਾ ਕੋਈ ਜਨਰਲ ਗੱਲਬਾਤ। ਠੀਕ ਹੈ ਜੀ। ਉਸ ਤੋਂ ਬਾਅਦ ਕੰਟਰੋਲਿੰਗ ਪਾਇਲਟਸ ਲਾਇਸੈਂਸਸ, ਪਾਇਲਟ ਦੇ ਲਾਇਸੈਂਸ ਦੇ ਬਾਰੇ ਗੱਲ ਹੋਈ ਹੋਊਗੀ, ਕੰਟਰੋਲ ਕਰਨ ਦੇ ਬਾਰੇ ਦੇ ਵਿੱਚ। ਡਿਫਾਈਨਿੰਗ 에ਅਰ ਸਪੇਸ ਕੈਟੇਗਰੀਜ਼, 에ਅਰ ਸਪੇਸ ਦੀਆਂ ਕੈਟੇਗਰੀਜ਼ ਨੂੰ ਡਿਫਾਈਨ ਕਰਨਾ। ਦੇਖਾਂਗੇ ਕਿੱਥੇ ਗੱਲ ਹੋ ਰਹੀ ਹੈ 에ਅਰ ਸਪੇਸ ਕੈਟੇਗਰੀਜ਼ ਦੀ। ਜਿਹੜਾ ਕੈਟੇਗਰੀਜ਼ ਨੂੰ ਸਟੂਡੈਂਟ ਟਾਈਪਸ ਵੀ ਕਹਿ ਸਕਦੇ ਹਾਂ ਆਪਾਂ। ਸੋ ਇਸ ਤਰ੍ਹਾਂ ਦੇ ਕੀਵਰਡਸ ਜਿਹੜੇ ਮੈਚ ਕਰ ਸਕਦੇ। ਉਸ ਤੋਂ ਬਾਅਦ ਸੈਟਿੰਗ ਰੂਲਸ ਟੂ ਵੈਦਰ ਕੰਡੀਸ਼ਨਸ ਦੀ ਕਿੱਥੇ ਗੱਲ ਹੋ ਸਕਦੀ ਆ ਉਹ ਦੇਖਾਂਗੇ। ਉਸ ਤੋਂ ਬਾਅਦ ਟੇਕਿੰਗ ਆਫ ਸੇਫਲੀ, ਟੇਕ ਆਫ ਕਰਵਾਉਣਾ ਸਟੂਡੈਂਟਸ, ਕਿਸੇ ਪਲੇਨ ਦਾ ਸਟਾਰਟ ਹੋਣਾ, ਉਹਦਾ ਹਵਾ ਦੇ ਵਿੱਚ ਉੱਡਣਾ ਸਟਾਰਟ ਕਰਨਾ, 에ਅਰਪੋਰਟ ਤੋਂ ਉਹਦਾ ਟੇਕ ਆਫ ਕਰਨਾ। ਸੋ ਦੈਟ ਕੈਨ ਬੀ ਸੇਫਲੀ, ਉਹਦੇ ਬਾਰੇ ਕੁਝ ਹੁੰਦਾ। ਫਸਟ ਸਟੈਪਸ
ਟੂਵਰਡਸ ATC ਦੇ ਵੱਲ ਨੂੰ ਪਹਿਲਾ ਸਟੈਪ। ਸੋ ਇਹਦੇ ਬਾਰੇ ਸਟੂਡੈਂਟ ਆਪਾਂ ਗੱਲ ਕਰਾਂਗੇ। ਪੈਰਾਗ੍ਰਾਫ ਪੜ੍ਹਦੇ ਹਾਂ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਇੱਕ ਐਗਜ਼ਾਮਪਲ ਦਿੱਤੀ ਹੋਈ ਦੱਸਦੀ, ਇਟ ਮੀਨਸ ਕਿ ਆਹ ਵਾਲਾ ਆਨਸਰ ਸਾਡਾ ਨਹੀਂ ਹੋਊਗਾ। ਔਰ ਇਹਨੂੰ ਸਟੂਡੈਂਟ ਹਮੇਸ਼ਾ ਪਹਿਲਾਂ ਹੀ ਕੱਟ ਲੈਣਾ ਜਦੋਂ ਵੀ ਤੁਸੀਂ ਕੁਐਸਚਨ ਕਰਦੇ ਆ, ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ। ਸੋ B ਪੈਰਾਗ੍ਰਾਫ ਆਪਾਂ ਨਹੀਂ ਪੜਾਂਗੇ। ਸੋ ਫਸਟ ਆਪਾਂ ਪੜ੍ਹਨਾ ਪੈਰਾਗ੍ਰਾਫ A, ਕੁਐਸਚਨ ਨੰਬਰ 14। ਸੋ ਕੁਐਸਚਨ ਨੰਬਰ 14 ਦੇ ਲਈ ਸਾਨੂੰ ਪਹਿਲਾ ਪੈਰਾ ਪੜ੍ਹਨਾ ਪੈਣਾ। ਸੋ ਕੀ ਹੈਗਾ ਪਹਿਲਾ ਪੈਰਾ ਸਟੂਡੈਂਟਸ, ਆਪਾਂ ਦੇਖਦੇ ਹਾਂ। ਸਟਾਰਟ ਕਰਦੇ ਹਾਂ ਜੀ। ਐਨ ਐਕਸੀਡੈਂਟ that occurred in the skies over the Grand Canyon in 1956 resulted in the establishment of the Federal Aviation Administration FAA। स्टूडेंट FAA आ गया साडा, ਇੱਥੇ ਵੀ FAA ਸੀਗਾ, ਆਪਾਂ ਖਿਆਲ ਰੱਖਾਂਗੇ ਉਹਦਾ। ਕਹਿੰਦਾ ਕਿ ਇੱਕ ਐਕਸੀਡੈਂਟ ਹੋਇਆ ਸੀਗਾ। ਐਕਸੀਡੈਂਟ ਮੀਨਸ ਕੀ ਆ, ਐਵੀਏਸ਼ਨ डिजास्टर ਦਾ ਸਟੂਡੈਂਟ ਮਤਲਬ ਕੀ ਹੋ ਸਕਦਾ, ਐਕਸੀਡੈਂਟ ਹੋ ਸਕਦਾ। ਸੋ ਆਪਾਂ ਇਹਨੂੰ ਦੇਖਾਂਗੇ। ਐਨ ਐਕਸੀਡੈਂਟ ਦੈਟ ਅਕਰਡ ਮੀਨਸ ਕਿ ਇੱਕ ਐਕਸੀਡੈਂਟ ਹੋਇਆ ਸੀਗਾ ਗ੍ਰੈਂਡ ਕੈਨੀਅਨ ਦੇ ਅਸਮਾਨ ਦੇ ਵਿੱਚ 1956 ਦੇ ਵਿੱਚ, ਜਿਹਦਾ ਰਿਜ਼ਲਟ ਕੀ ਆਇਆ, ਜਿਹਦੇ ਤੋਂ ਬਾਅਦ ਇੱਕ ਐਸਟੈਬਲਿਸ਼ਮੈਂਟ ਕੀਤੀ ਗਈ FAA ਦੀ ਟੂ ਰੈਗੂਲੇਟ ਐਂਡ ਓਵਰਸੀ ਦਾ ਆਪਰੇਸ਼ਨ ਆਫ 에ਅਰਕ੍ਰਾਫਟ ਇਨ ਦਾ ਸਕਾਈਜ਼ ਓਵਰ ਦਾ ਯੂਨਾਈਟਿਡ ਸਟੇਟਸ। ਓਕੇ, ਇਸ ਐਕਸੀਡੈਂਟ ਤੋਂ ਬਾਅਦ ਸਟੂਡੈਂਟਸ ਕੀ ਕੀਤਾ ਗਿਆ, FAA ਨੂੰ ਐਸਟੈਬਲਿਸ਼ ਕੀਤਾ ਗਿਆ। ਕਿਉਂ ਕੀਤਾ ਗਿਆ, ਪਰਪਸ 2+V1 ਹਮੇਸ਼ਾ ਪਰਪਸ ਹੁੰਦਾ ਉਸ ਚੀਜ਼ ਦਾ, ਵੀ ਕਿਉਂ ਕੀਤਾ ਗਿਆ ਸਾਰਾ ਕੁਝ, ਇਹ ਇਸ ਕਰਕੇ ਕੀਤਾ। ਓਵਰਸੀ ਕੀ ਕਰਨਾ ਹੁੰਦਾ, ਲੁੱਕ ਆਫਟਰ ਕਰਨਾ, ਕਿਸੇ ਚੀਜ਼ ਦਾ ਧਿਆਨ ਰੱਖਣਾ, ਕੇਅਰ ਕਰਨੀ ਉਹਦੀ। ਸੋ ਉਸ 에ਅਰਕ੍ਰਾਫਟ ਦੇ ਆਪਰੇਸ਼ਨਸ ਨੂੰ ਦੇਖਣ ਦੇ ਲਈ FAA ਨੂੰ ਜਿਹੜਾ ਲਗਾਇਆ ਗਿਆ ਸੀਗਾ, ਵਿਚ ਵਰ ਬਿਕਮਿੰਗ ਕੁਆਇਟ ਕੰਜੈਸਟਡ, ਜਿਹੜਾ ਕਿ ਕਹਿੰਦਾ ਕੀ ਸੀਗਾ, 에ਅਰ ਟ੍ਰੈਫਿਕ ਯੂਨਾਈਟਿਡ ਸਟੇਟਸ ਦੇ ਵਿੱਚ 에ਅਰਕ੍ਰਾਫਟ ਜਿਹੜੇ ਆ ਬਹੁਤ ਜ਼ਿਆਦਾ ਟ੍ਰੈਫਿਕ ਹੋ ਰਹੀ ਸੀ, ਉਹਨਾਂ ਦੀ ਕੰਜੈਸ਼ਨ ਹੋ ਰਹੀ ਸੀ, ਉਹਨੂੰ ਦੇਖਣ ਦੇ ਲਈ ਇਹ ਸਿਸਟਮ ਬਣਾਇਆ ਗਿਆ ਇਸ ਐਕਸੀਡੈਂਟ ਤੋਂ ਬਾਅਦ। ਸੋ ਆਈ ਥਿੰਕ ਸਟੂਡੈਂਟਸ ਇਹਦੇ ਮੈਨੂੰ ਆਨਸਰ ਮਿਲ ਹੀ ਗਿਆ, ਫਿਰ ਵੀ ਮੈਂ ਪੂਰਾ ਪੜ੍ਹ ਦਿੰਦਾ। The resulting structure of air traffic control has greatly increased the safety of flight in the United States and similar air traffic control procedures are also in place over much of the rest of the world. Okay, so ਇਹਦੇ ਨਾਲ ਕਹਿੰਦਾ ਬਹੁਤ ਜ਼ਿਆਦਾ ਕੀ ਹੋ ਗਿਆ, ਸੇਫ ਹੋ ਗਿਆ, ਬਾਅਦ ਦੇ ਵਿੱਚ ਫਲਾਈਟਸ ਵਗੈਰਾ ਸੇਫ ਹੋ ਗਈਆਂ, ਐਕਸੀਡੈਂਟ ਮੀਨਸ ਕੀ ਘਟ ਗਏ ਯੂਨਾਈਟਿਡ ਸਟੇਟਸ ਦੇ ਵਿੱਚ, ਤੇ ਇਸ ਤਰ੍ਹਾਂ ਦੇ 에ਅਰ ਟ੍ਰੈਫਿਕ ਕੰਟਰੋਲ ਪ੍ਰੋਸੀਜਰ ਜਿਹੜੇ ਆ ਪੂਰੇ ਵਰਲਡ ਦੇ ਵਿੱਚ ਬਾਕੀ ਦੇ ਵਿੱਚ ਵੀ ਬਣਾਏ ਗਏ। ਸਟੂਡੈਂਟ ਮੈਚ ਕਰਦੇ ਆਪਾਂ। ਸੋ ਸਿੰਪਲੀ ਜੀ ਗੱਲ ਹੈ, ਐਵੀਏਸ਼ਨ ਡਿਜ਼ਾਸਟਰ ਪ੍ਰੋਮਪਟਸ ਐਕਸ਼ਨ। ਡਿਜ਼ਾਸਟਰ ਹੋਇਆ ਉਹਦੇ ਕਰਕੇ ਐਕਸ਼ਨ ਲਿਆ ਗਿਆ, ਐਕਸੀਡੈਂਟ ਹੋਇਆ ਉਹਦੇ ਕਰਕੇ ਇੱਕ ਇਸ ਨੂੰ ਸਟੈਬਲਿਸ਼ ਕੀਤਾ ਗਿਆ। ਸੋ ਡੈਫੀਨਿਟਲੀ ਸਟੂਡੈਂਟ ਬਿਨਾਂ ਕਿਸੇ ਡਾਊਟ ਦੇ ਸਾਡਾ ਆਨਸਰ ਸਾਨੂੰ ਮਿਲ ਚੁੱਕਿਆ। ਪਹਿਲੇ ਦਾ ਆਨਸਰ ਸਾਡਾ ਕੀ ਹੋ ਜਾਊਗਾ, ਸੈਕੰਡ ਆਨਸਰ ਜਿਹੜਾ ਸਾਡਾ ਪਹਿਲੇ ਦਾ ਹੋਣ ਜਾ ਰਿਹਾ। ਸਟੂਡੈਂਟ ਡੈਫੀਨਿਟਲੀ ਤੁਹਾਨੂੰ ਕਲੀਅਰ ਸਮਝ ਲੱਗ ਰਿਹਾ ਹੋਊਗਾ ਵੀ ਕਿਸ ਤਰੀਕੇ ਦੇ ਨਾਲ ਆਪਾਂ ਇਹਦਾ ਆਨਸਰ ਫਾਈਂਡ ਆਊਟ ਕੀਤਾ। ਦੀ B ਪੈਰਾਗ੍ਰਾਫ ਆਪਾਂ ਨਹੀਂ ਪੜਾਂਗੇ ਕਿਉਂਕਿ ਸਾਨੂੰ ਆਲਰੇਡੀ ਦਿੱਤਾ ਹੈ। ਵੀ ਹੈਵ ਟੂ ਸਟੱਡੀ ਦਾ ਪੈਰਾਗ੍ਰਾਫ C। ਸੋ ਰੀਡ ਕਰਾਂਗੇ ਆਪਾਂ ਸਟੂਡੈਂਟ ਪੈਰਾਗ੍ਰਾਫ C ਨੂੰ। In the 1940s keyword ATC ਸਾਨੂੰ ਇੱਥੇ ਦਿੱਤਾ ਸੀਗਾ, ਬਟ ਇਹ ਸਾਡਾ ਇੱਥੇ ਆਨਸਰ ਨਹੀਂ ਹੋਊਗਾ ਕਿਉਂਕਿ ਆਲਰੇਡੀ ਦਾ ਆਨਸਰ। Centers could and did take advantage of the newly developed radar and improved radio communication brought about by the Second World War. Okay, 1940s ਦੇ ਵਿੱਚ ATC ਸੈਂਟਰਸ ਜਿਹੜੇ ਸੀਗੇ ਉਹਨਾਂ ਨੇ ਕਹਿੰਦਾ ਐਡਵਾਂਟੇਜ ਲੈ ਸਕਦੇ ਸੀਗੇ ਆਰਾਮ ਦੇ ਨਾਲ, ਜਿਹੜਾ ਨਿਊਲੀ ਡਿਵੈਲਪਡ ਰਡਾਰ ਤੇ ਇੰਪਰੂਵਡ ਕਮਿਊਨੀਕੇਸ਼ਨ ਸਿਸਟਮ ਸੀਗਾ ਉਹਦਾ, ਉਸ ਚੀਜ਼ ਦਾ ਜਿਹੜਾ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਹੋਇਆ। ਬਟ ਦਾ ਸਿਸਟਮ ਰਿਮੇਨਡ ਰਿਊਡੀਮੈਂਟਰੀ, ਪਰ ਕਹਿੰਦਾ ਇਹ ਸਿਸਟਮ ਜਿਹੜਾ ਹੈ ਨਾ ਆਮ ਸੀਗਾ। ਰਿਊਡੀਮੈਂਟਰੀ ਦਾ ਮਤਲਬ ਹੁੰਦਾ ਨਾਰਮਲ, ਬਹੁਤ ਜ਼ਿਆਦਾ ਐਡਵਾਂਸ ਨਹੀਂ ਸੀਗੀ ਇਹ ਚੀਜ਼। ਇਟ ਵਾਜ਼ ਓਨਲੀ ਆਫਟਰ ਦਾ ਕ੍ਰੀਏਸ਼ਨ ਆਫ FAA that full scale regulation of America's airspace took place. Okay, ਇਟ ਮੀਨਸ ਕਿ ਜਿਵੇਂ ਕਿ ਕਹਿੰਦਾ ਸਿਸਟਮ ਤਾਂ ਆਮ ਸੀਗਾ, ਪਰ ਕਹਿੰਦਾ ਇਹ FAA ਨੂੰ ਜਦੋਂ ਸਟੈਬਲਿਸ਼ ਕੀਤਾ ਗਿਆ ਨਾ, ਫੁੱਲ ਸਕੇਲ ਰੈਗੂਲੇਸ਼ਨ ਤੇ ਅਮਰੀਕਾ ਦੀ 에ਅਰ ਸਪੇਸ ਦੇ ਵਿੱਚ ਇਹ ਜਦੋਂ ਹੋਈ ਆ, ਐਂਡ ਦਿਸ ਵਾਜ਼ fortuitous for the advent of the jet engine suddenly resulted in a large number of very fast planes, reducing pilots' margins of error and practically demanding some set of rules to keep everyone well separated and operating safely in the air. Okay, 1940 ਦੇ ਵਿੱਚ ਸਟੂਡੈਂਟ ATC ਬਣੀ ਸੀਗੀ, ਬਟ ATC ਕਹਿੰਦਾ ਕਿ ਹਲੇ ਤੱਕ ਸਿਸਟਮ ਇੰਨਾ ਵਧੀਆ ਨਹੀਂ ਸੀ, ਰੂਡੀਮੈਂਟਰੀ ਸਿਸਟਮ ਸੀਗਾ, ਤੇ ਕਹਿੰਦਾ ਕਿ ਉਦੋਂ ਹੀ ਕਹਿੰਦਾ FAA ਤੋਂ ਬਾਅਦ ਹੀ ਇਹ ਸਾਰਾ ਕੁਝ ਪੋਸੀਬਲ ਹੋਇਆ ਕਿ ਫੁੱਲ ਸਕੇਲ ਰੈਗੂਲੇਸ਼ਨ ਅਮਰੀਕਾ ਸਪੇਸ ਜਿਹੜਾ ਬਣਾਇਆ ਗਿਆ FAA ਤੋਂ ਬਾਅਦ। ਐਂਡ ਦਿਸ ਵਾਜ਼ fortuitous। ਸਟੂਡੈਂਟਸ ਆਹ ਵਰਡ ਜਿਹੜਾ ਬੜਾ ਇੰਪੋਰਟੈਂਟ ਆ, ਇਹਦਾ ਵਰਡ ਦਾ ਮੀਨਿੰਗ ਹੁੰਦਾ ਆ ਕਿ ਕੁਛ ਨਾ ਕੁਛ ਜਿਹੜਾ ਆ ਸਡਨਲੀ ਹੋ ਜਾਣਾ, ਬਿਨਾਂ ਕਿਸੇ ਪਲੈਨਿੰਗ ਦੇ ਕੋਈ ਦੂਸਰੀ ਚੀਜ਼ ਹੋਗੀ। ਸੋ ਕਹਿੰਦਾ ਕਿ FAA ਤਾਂ ਜਿਹੜੀ ਉਹਨੇ ਤਾਂ ਉਹ ਤਾਂ ਐਸਟੈਬਲਿਸ਼ ਕੀਤੀ ਗਈ ਸੀਗੀ, ਤੇ ਉਹਦੇ ਨਾਲ ਦੀ ਨਾਲ ਕਹਿੰਦਾ ਆਹ ਜਿਹੜੀ ਚੀਜ਼ ਸੀਗੀ ਇਹ ਸਡਨਲੀ ਹੋ ਗਈ, ਆਟੋਮੈਟਿਕਲੀ ਹੋ ਗਈ ਬਿਨਾਂ ਕਿਸੇ ਪਲਾਨ ਦੇ। ਕੀ ਫॉर
The advent of the jet engines suddenly resulted in a large number of very fast planes। ਇਹਦੇ ਨਾਲ ਦੀ ਨਾਲ ਹੀ ਕਹਿੰਦਾ ਜਿਹੜਾ ਆ ਜੈਟ ਇੰਜਨ ਦਾ ਵੀ ਜਿਹੜਾ ਆ ਐਡਵੈਂਟ ਹੋ ਗਿਆ, ਉਹ ਵੀ ਜਿਹੜੇ ਨਵੇਂ ਬਣ ਗਏ, ਜਿਹਦਾ ਰਿਜ਼ਲਟ ਇਹ ਆਇਆ ਕਿ ਪਲੇਨਸ ਜਿਹੜੇ ਆ ਬਹੁਤ ਜ਼ਿਆਦਾ ਫਾਸਟ ਹੋ ਗਏ, ਜਿਹਦੇ ਨਾਲ ਪਾਇਲਟਸ ਦਾ ਕਹਿੰਦੇ ਗਲਤੀ ਕਰਨ ਦਾ ਜਿਹੜਾ ਮਾਰਜਨ ਸੀਗਾ ਉਹ ਬਹੁਤ ਜ਼ਿਆਦਾ ਰਿਡਿਊਸ ਹੋ ਗਿਆ ਤੇ ਐਂਡ ਪ੍ਰੈਕਟੀਕਲੀ ਡਿਮਾਂਡਿੰਗ ਸਮ ਸੈਟ ਆਫ ਸਟੂਡੈਂਟਸ। ਮੈਨੂੰ ਲੱਗਦਾ ਨਹੀਂ ਇੱਥੋਂ ਸਾਨੂੰ ਪੜ੍ਹਨ ਦੀ ਜ਼ਰੂਰਤ ਆ, ਕਿਉਂ? ਕਿਉਂਕਿ ਆਹ ਵਾਲੀ ਉਹਨੇ ਪਹਿਲਾਂ ਦੱਸੀ ਕਿ ਆਹ ਗੱਲ ਜਿਹੜੀ ਨਾਰਮਲ ਸੀਗੀ। ਇਸ ਤੋਂ ਬਾਅਦ ਕਹਿੰਦਾ ਆਹ ਚੀਜ਼ ਆਈ ਹੈ ਜਿਹੜੀ ਫੁੱਲ ਸਕੇਲ ਰੈਗੂਲੇਸ਼ਨ ਸੀਗੀ ਅਮਰੀਕਾ ਦੀ 에ਅਰ ਸਪੇਸ ਦੀ, ਇਹ ਵਾਲੀ ਬਣਾਈ ਹੈ। ਇਹਦੇ ਨਾਲ ਹੀ ਕਹਿੰਦਾ ਜਿਹੜੀ ਆਟੋਮੈਟਿਕਲੀ ਇੱਕ ਹੋਰ ਉੱਥੇ ਆਪਣੇ ਆਪ ਸਡਨਲੀ ਜਿਹੜੀ ਐਡਵੈਂਸ ਹੋ ਗਿਆ ਉਹ ਕਾਹਦਾ ਹੋ ਗਿਆ, ਜੈਟ ਇੰਜਨ ਦਾ ਹੋ ਗਿਆ, ਜਿਹਦੇ ਨਾਲ ਕੀ ਹੋਇਆ ਪਲੇਨਸ ਬਹੁਤ ਜ਼ਿਆਦਾ ਫਾਸਟ ਹੋ ਗਏ ਤੇ ਪਾਇਲਟਸ ਦੀ ਜਿਹੜੀ ਐਰਰ ਕਰਨ ਦੀ, ਗਲਤੀਆਂ ਕਰਨ ਦਾ ਜਿਹੜਾ ਚਾਂਸਸ ਸੀਗੇ ਉਹ ਵੀ ਘਟ ਗਏ। ਇਟ ਮੀਨਸ ਕਿ ਇੱਥੇ ਦੋ ਕੰਮ ਹੋਏ ਆ ਸਟੂਡੈਂਟ। ਸਾਡਾ ਵੀ ਇੱਕ ਤੁਸੀਂ ਦੇਖਿਆ ਸੀਗਾ ਇੱਥੇ ਟੂ ਕੋਇਨਸੀਡੈਂਟਲ ਡਿਵੈਲਪਮੈਂਟਸ, that would be the answer of this question because ਇੱਥੇ ਦੋ ਚੀਜ਼ਾਂ ਹੋਈਆਂ। ਇੱਕ ਤਾਂ ਚੀਜ਼ ਸਟੂਡੈਂਟ ਆਹ ਵਾਲੀ ਹੋਈ ਆ, ਇੱਕ ਹੋਈ ਆ ਆਹ ਵਾਲੀ, ਇੱਕ ਜੈਟ ਇੰਜਨ ਬਣ ਗਿਆ, ਇੱਕ ਫੁੱਲ ਸਕੇਲ ਰੈਗੂਲੇਸ਼ਨਸ ਹੋ ਗਈਆਂ ਸੀਗੀਆਂ FAA ਦੇ ਕਰਕੇ ਦੋ। ਸੋ ਇਹਦੇ ਵਿੱਚ ਉਹਨੇ ਕੀ ਕਿਹਾ, ਟੂ ਕੋਇਨਸੀਡੈਂਸ਼ਲ। ਕੋਇਨਸੀਡੈਂਸ਼ਲ ਦਾ ਮੀਨਸ ਕੀ ਆ ਕਿ ਇਤਫਾਕ ਦੇ ਨਾਲ ਦੋਨੋਂ ਚੀਜ਼ਾਂ ਇਕੱਠੀਆਂ ਹੋ ਗਈਆਂ। ਸੋ ਇਟ ਮੀਨਸ ਕੀ ਆ ਕਿ ਸਾਡਾ ਆਨਸਰ ਹੋਊਗਾ ਇਹਦਾ। ਸੋ ਸਟੂਡੈਂਟ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ 15ਵਾਂ ਕੁਐਸਚਨ ਵੀ ਹੋ ਗਿਆ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਸਾਡੇ ਕੋਲ ਕੁਐਸਚਨ ਹੈਗਾ ਪੈਰਾਗ੍ਰਾਫ D 16 ਨੰਬਰ ਕੁਐਸਚਨ। Many people think that ATC consists of a row of controllers sitting in front of their radar screens at the nation's airport. It means ਕਿ ਕੁਝ ਲੋਕੀ ਕੀ ਸੋਚਦੇ ਆ, ਕੁਝ ਲੋਕਾਂ ਦਾ ਕੀ ਵਿਚਾਰ ਹੈਗਾ ਆ ਕਿ ਜਿਹੜਾ ATC ਹੈਗਾ ਨਾ ਉਹਦੇ ਵਿੱਚ ਇੱਕ ਰੋ ਆਫ ਕੰਟਰੋਲਰਸ ਆ, ਮੀਨਸ ਕਿ ਇੱਕ ਲਾਈਨ ਦੇ ਵਿੱਚ ਕੰਟਰੋਲਰਸ ਬੈਠੇ ਆ ਜਿਹੜੇ ਕਿ ਆਪਣੀ ਰਡਾਰ ਸਕਰੀਨ ਦੇ ਸਾਹਮਣੇ ਬੈਠੇ ਆ ਨੇਸ਼ਨ ਦੇ 에ਅਰਪੋਰਟ ਦੇ ਉੱਤੇ ਕਿਸੇ ਕੰਟਰੀ ਦੇ, ਤੇ ਉਹ ਦੱਸ ਰਹੇ ਆ ਪਹੁੰਚਣਾ ਜਾਂ ਜਾਣਾ ਕਿਸੇ ਟ੍ਰੈਫਿਕ ਦਾ ਐਂਡ ਵਾਟ ਟੂ ਡੂ, ਉਹਨਾਂ ਨੂੰ ਕੀ ਕਰਨਾ ਇਹਦੇ ਬਾਰੇ ਦੱਸ ਰਹੇ। ਇਸ ਤਰੀਕੇ ਦੇ ਨਾਲ ਕੁਝ ਲੋਕ ਕਹਿੰਦਾ ਕਾਫੀ ਲੋਕ ਸੋਚਦੇ ਆ। ਦਿਸ ਇਜ਼ ਅ ਵੈਰੀ ਇਨਕੰਪਲੀਟ ਪਾਰਟ ਆਫ ਦਾ ਪਿਕਚਰ। ਇਹ ਤਾਂ ਪਰ ਕਹਿੰਦਾ ਬਹੁਤ ਇਨਕੰਪਲੀਟ ਪਾਰਟ ਆਫ ਪਿਕਚਰ ਹੈ। ਇਸ ਤਰੀਕੇ ਨਾਲ ਇਹ ਤਾਂ ਕਹਿੰਦਾ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਇਸ ਹਿਸਾਬ ਦੇ ਨਾਲ। ਤਾਂ ਦਾ FAA ਰਿਅਲਾਈਜ਼ਡ, FAA ਨੇ ਰਿਅਲਾਈਜ਼ ਕੀਤਾ ਦੈਟ ਦਾ 에ਅਰ ਸਪੇਸ ਓਵਰ ਦਾ ਯੂਨਾਈਟਿਡ ਸਟੇਟਸ ਵੁੱਡ ਐਟ ਐਨੀ ਟਾਈਮ ਹੈਵ ਮੈਨੀ ਡਿਫਰੈਂਟ ਕਾਈਂਡਸ ਆਫ ਪਲੇਨਸ। ਸੋ FAA ਨੇ ਰਿਅਲਾਈਜ਼ ਕੀਤਾ ਕਿ ਕਿਸੇ ਸਮੇਂ ਯੂਨਾਈਟਿਡ ਸਟੇਟਸ ਦੇ ਵਿੱਚ ਬਹੁਤ ਸਾਰੇ ਪਲੇਨ ਹੋ ਜਾਣਗੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਪਲੇਨ ਹੋਣਗੇ, ਫਲਾਈਂਗ ਫॉर ਮੈਨੀ ਡਿਫਰੈਂਟ ਪਰਪਸਸ, ਜਿਹੜੇ ਕਿ ਅਲੱਗ-ਅਲੱਗ ਪਰਪਸਸ ਦੇ ਲਈ ਚੱਲ ਰਹੇ ਹੋਣਗੇ। ਇਨ ਅ ਵੈਰਾਈਟੀ ਆਫ ਵੈਦਰ ਕੰਡੀਸ਼ਨਸ, ਅਲੱਗ-ਅਲੱਗ ਵੈਦਰ ਕੰਡੀਸ਼ਨਸ ਦੇ ਵਿੱਚ, ਐਂਡ ਦਾ ਸੇਮ ਕਾਈਂਡ ਆਫ ਸਟਰਕਚਰ ਵਾਸ ਨੀਡਡ ਟੂ ਅਕਮੋਡੇਟ ਆਲ ਆਫ them। ਤੇ ਉਹਨਾਂ ਨੂੰ ਲੱਗਿਆ ਕਿ ਸਾਨੂੰ ਇਹ ਸਾਰਿਆਂ ਨੂੰ ਅਕਮੋਡੇਟ ਕਰਨ ਦੇ ਲਈ ਉਸ ਤਰ੍ਹਾਂ ਦਾ ਸਿਸਟਮ ਵੀ ਚਾਹੀਦਾ। ਸੋ ਇਹਦੇ ਵਿੱਚ ਸਟੂਡੈਂਟ ਆਪਾਂ ਗੱਲ ਕੀਤੀ ਆ ਕਿ ਬੇਸਿਕਲੀ ਲੋਕ ਕੀ ਸੋਚਦੇ ਹੈਗੇ ਆ ਤੇ ਉਹਨਾਂ ਨੇ ਕੀ ਰਿਅਲਾਈਜ਼ ਕੀਤਾ ਆਉਣ ਵਾਲੇ ਸਮੇਂ ਦੇ ਲਈ। ਸੋ ਸਟੂਡੈਂਟਸ ਮੈਨੂੰ ਲੱਗਦਾ ਕਿ ਇਹਦਾ ਵੀ ਆਨਸਰ ਸਾਨੂੰ ਮਿਲ ਹੀ ਗਿਆ ਕਿ ਇਹਦੇ ਵਿੱਚ ਬੇਸਿਕਲੀ ਇੱਕ ਓਵਰਵਿਊ ਦਿੱਤਾ ਗਿਆ ਵੀ ਕਿਸ ਤਰੀਕੇ ਦੇ ਨਾਲ ਮੰਨਿਆ ਜਾ ਰਿਹਾ। ਸੋ ਸਟੂਡੈਂਟਸ ਐਨ ਓਵਰ ਸਿੰਪਲੀਫਾਈਡ ਵਿਊ, ਓਵਰ ਸਿੰਪਲੀਫਾਈਡ ਦਾ ਮਤਲਬ ਕਿ ਲੋਕ ਇਹਨੂੰ ਕਹਿੰਦਾ ਬੜੀ ਈਜ਼ੀਲੀ ਸਮਝਣ ਡਿਆ, ਬੜਾ ਸਿੰਪਲ ਜਿਹਾ ਸਮਝਣ ਡਿਆ, ਜਦ ਕਿ ਇਸ ਤਰੀਕੇ ਦੇ ਨਾਲ ਹੈ ਨਹੀਂਗਾ। ਸੋ ਡੈਫੀਨੇਟਲੀ ਸਟੂਡੈਂਟ ਇਹਦਾ ਆਨਸਰ ਜਿਹੜਾ ਆ ਸਾਡਾ 5th ਆਨਸਰ ਬਣ ਜਾਣਾ ਇਹਦਾ, ਕਿਉਂਕਿ ਇੱਕ ਜਨਰਲ ਵਿਊ ਦਿੱਤਾ ਹੈ ਇਹਦੇ ਵਿੱਚ। ਉਸ ਤੋਂ ਬਾਅਦ ਪੈਰਾਗ੍ਰਾਫ E ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪੈਰਾਗ੍ਰਾਫ E ਨੂੰ ਆਪਾਂ ਜਦੋਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਕੀ ਦਿੱਤਾ ਹੋਇਆ, ਟੂ ਮੀਟ ਦਿਸ ਚੈਲੰਜ ਮੀਨਸ ਕੀ ਆ ਕਿ ਉਹਨਾਂ ਨੇ ਪਿੱਛੇ ਸੋਚਿਆ ਸੀਗਾ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਜਹਾਜ਼ ਬਹੁਤ ਜ਼ਿਆਦਾ ਵੱਧ ਜਾਣੇ ਆ ਤੇ ਉਹ ਵੈਦਰ ਕੰਡੀਸ਼ਨਸ ਦੇ ਅਕੋਰਡਿੰਗ ਉਹਨਾਂ ਨੂੰ ਆਪਾਂ ਨੂੰ ਜਿਹੜਾ ਅਕਮੋਡੇਟ ਕਰਨ ਲਈ ਸਿਸਟਮ ਵੀ ਚਾਹੀਦਾ। ਸੋ ਇਸ ਪ੍ਰੋਬਲਮ ਨੂੰ ਕਰਨ ਦੇ ਲਈ ਆ ਲਿੰਕ ਹੋ ਗਿਆ ਪਿਛਲਾ ਪੈਰਾ ਇਹਦੇ ਨਾਲ। The following elements were put into effect, ਕੁਛ ਨਾ ਕੁਛ ਕਹਿੰਦਾ ਚੀਜ਼ਾਂ ਕੀਤੀਆਂ ਗਈਆਂ। ਫਸਟ, ਪਹਿਲੇ ਨੰਬਰ ਤੇ ATC extended over virtually the entire United States। ATC ਨੂੰ ਕਹਿੰਦਾ ਪੂਰੇ ਯੂਨਾਈਟਿਡ ਸਟੇਟਸ ਦੇ ਵਿੱਚ ਫੈਲਾ ਦਿੱਤਾ ਗਿਆ ਤਾਂ ਲਗਭਗ in generally from 365 ਮੀਟਰ above the ground and higher। ਜਨਰਲ ਤੌਰ ਤੇ ਕਹਿੰਦਾ ਕੀ ਸੀਗਾ ਇਹ 365 ਮੀਟਰ ਤੋਂ ਉੱਪਰ ਵਾਲਾ ਜਿੰਨਾ ਏਰੀਆ ਸੀਗਾ ਗਰਾਊਂਡ ਤੋਂ ਉਹਦੇ ਵਿੱਚ ਦਾ ਇੰਟਾਇਰ ਕੰਟਰੀ ਇਜ਼ ਬਲੈਂਕਟਡ ਬਾਈ ਕੰਟਰੋਲਡ 에ਅਰ ਸਪੇਸ। ਹੁਣ ਜਿਹੜੀ ਪੂਰੀ ਕੰਟਰੀ ਸੀਗੀ ਉਹਦੇ ਉੱਤੇ ਹਿਸਾਬ ਦਾ ਕਹਿੰਦਾ ਬਲੈਂਕਟ ਪਾ ਦਿੱਤਾ ਗਿਆ, ਪੂਰੀ 에ਅਰ ਸਪੇਸ ਕੰਟਰੋਲ ਹੋ ਗਈ ਸੀਗੀ। ਇਨ ਸਰਟੇਨ ਏਰੀਆਜ਼, ਕੁਝ ਏਰੀਆਜ਼ ਦੇ ਵਿੱਚ ਇਨ ਦੀ ਨੀਅਰ 에ਅਰਪੋਰਟਸ ਕੰਟਰੋਲਡ 에ਅਰ ਸਪੇਸ ਐਕਸਟੈਂਡਸ ਡਾਊਨ ਟੂ 250 ਮੀਟਰਸ ਅਬਵ ਦਾ ਗਰਾਊਂਡ। ਪਰ ਕਹਿੰਦਾ ਕਿ 에ਅਰਪੋਰਟਸ ਦੇ ਨੇੜੇ ਇਹ ਜਿਹੜਾ ਏਰੀਆ ਸੀਗਾ 365 ਮੀਟਰ ਤੋਂ ਉੱਪਰੋਂ ਕਾਊਂਟ ਨਹੀਂ ਕਰਦੇ ਸੀਗੇ, 215 ਮੀਟਰ ਉੱਪਰ ਤੋਂ ਹੀ ਸਟਾਰਟ ਕਰ ਦਿੰਦੇ ਸੀਗੇ ਉਚਾਈ ਤੋਂ, ਗਰਾਊਂਡ ਲੈਵਲ ਤੋਂ। ਠੀਕ ਹੈ ਜੀ। ਐਂਡ ਇਨ ਦਾ ਇਮੀਡੀਏਟ ਵਿਜ਼ੀਨਿਟੀ ਆਫ ਦਾ ਐਨ 에ਅਰਪੋਰਟ, ਤੇ 에ਅਰਪੋਰਟ ਦੇ ਬਿਲਕੁਲ ਨੇੜੇ ਦੇ ਏਰੀਆ ਦੇ ਵਿੱਚ ਵਿਜ਼ੀਨਿਟੀ ਦੇ ਵਿੱਚ ਆਲ ਦਾ ਵੇ ਡਾਊਨ ਟੂ ਦਾ ਸਰਫੇਸ, ਪੂਰਾ ਸਰਫੇਸ ਤੋਂ ਲੈ ਕੇ ਉੱਪਰ ਤੱਕ ਦਾ ਜਿੰਨਾ ਏਰੀਆ ਸੀਗਾ ਉਹ ਸਾਰਾ ਕੀ ਸੀਗਾ ATC ਦੇ ਕੰਟਰੋਲ ਦੇ ਵਿੱਚ ਸੀਗਾ।
ਕੰਟਰੋਲਡ 에ਅਰ ਸਪੇਸ ਇਜ਼ ਦਾ 에ਅਰ ਸਪੇਸ ਇਨ ਵਿਚ FAA ਰੈਗੂਲੇਸ਼ਨ ਅਪਲਾਈ। ਇਹ ਕਹਿੰਦਾ ਉਹ ਵਾਲਾ ਕੰਟਰੋਲਡ 에ਅਰ ਸਪੇਸ ਏਰੀਆ, ਉਹ ਵਾਲਾ ਏਰੀਆ ਜਿਹਦੇ ਵਿੱਚ FAA ਦੀਆਂ ਰੈਗੂਲੇਸ਼ਨਸ ਨੂੰ ਅਪਲਾਈ ਕੀਤਾ ਜਾ ਸਕਦਾ। ਐਲਸਵੇਅਰ ਇਨ ਅਨਕੰਟਰੋਲਡ 에ਅਰ ਸਪੇਸ ਪਾਇਲਟਸ ਆਰ ਬਾਉਂਡ ਬਾਏ ਫਿਊਰ ਰੈਗੂਲੇਸ਼ਨਸ। ਜਦ ਕਿ ਕਹਿੰਦਾ ਜਿਹੜਾ ਏਰੀਆ ਅਨਕੰਟਰੋਲਡ ਆ, ਜਿਹੜਾ ਏਰੀਆ ਕੰਟਰੋਲਡ ਨਹੀਂ ਹੈਗਾ, ਉੱਥੇ ਪਾਇਲਟਸ ਜਿਹੜੇ ਆ ਉਹਨਾਂ ਦੇ ਕੋਲ ਜਿਹੜੀਆਂ ਉਹਨਾਂ ਦੇ ਉੱਤੇ ਘੱਟ ਰੈਗੂਲੇਸ਼ਨਸ ਅਪਲਾਈ ਹੁੰਦੀਆਂ। ਇਨ ਦਿਸ ਵੇ ਦਾ ਰੀਕ੍ਰੀਏਸ਼ਨਲ ਪਾਇਲਟ ਹੂ ਸਿੰਪਲੀ ਵਿਸ਼ਸ ਟੂ ਗੋ ਫਲਾਈਂਗ। ਆ ਜਨਰਲ ਇਨਫੋਰਮੇਸ਼ਨ ਆ ਸਟੂਡੈਂਟ, ਮੈਨੂੰ ਇੱਥੇ ਲੋੜ ਨਹੀਂ ਲੱਗਦਾ ਇਹਦੀ ਪੜ੍ਹਨ ਦੀ। ਸਾਨੂੰ ਲੱਗਦਾ ਆਨਸਰ ਸਾਡਾ ਮਿਲ ਗਿਆ। ਇਹਦੇ ਵਿੱਚ ਸਾਡੀ ਹੈਗੀ ਗੱਲ ਹੋ ਰਹੀ ਆ ਹਾਇਰ, ਵੀ ਕੋਈ ਚੀਜ਼ ਕਿੰਨੀ ਉੱਚੀ, ਉਚਾਈ ਸਾਡੀ ਨਿਰਭਰ ਕੀਤੀ 265 ਮੀਟਰ ਤੇ 215 ਮੀਟਰ ਤੇ ਐਂਡ ਅਬਵ ਦਾ ਗਰਾਊਂਡ ਲੈਵਲ ਫਰੋਮ ਦਾ ਸਰਫੇਸ। ਇੱਥੋਂ ਲੈ ਕੇ ਸਟੂਡੈਂਟਸ, ਸੋ ਆਪਾਂ ਇੱਥੇ ਮੈਨੂੰ ਲੱਗਦਾ ਸਾਡਾ ਆਨਸਰ ਬਣ ਜੂਗਾ ਸੈਟਿੰਗ ਆਲਟੀਟਿਊਡ ਜ਼ੋਨਸ। ਆਲਟੀਟਿਊਡ ਜ਼ੋਨਸ ਜਿਹੜੇ ਆ ਸਟੂਡੈਂਟਸ ਉਹ ਸੈੱਟ ਕਰ ਦਿੱਤੇ ਗਏ। ਸੋ ਆਨਸਰ ਜਿਹੜਾ ਡੈਫੀਨੇਟਲੀ ਮੈਨੂੰ ਲੱਗਦਾ ਇਹਦਾ ਆਨਸਰ ਜਿਹੜਾ ਸਾਡਾ ਪੈਰਾਗ੍ਰਾਫ E ਦਾ ਬਣੂਗਾ, ਉਹ ਆਨਸਰ ਬਣੂਗਾ ਸਟੂਡੈਂਟਸ 4th ਵਾਲਾ। ਸੋ ਬੜੇ ਈਜ਼ੀਲੀ ਆਨਸਰ ਲੱਭ ਰਹੇ ਆ, ਤੁਸੀਂ ਦੇਖ ਸਕਦੇ ਆ। ਉਸ ਤੋਂ ਅਗਲਾ ਜਿਹੜਾ ਪੈਰਾਗ੍ਰਾਫ ਆ ਉਹ ਪੜ੍ਹਦੇ ਹਾਂ ਹੁਣ ਆਪਾਂ। ਪੈਰਾਗ੍ਰਾਫ F ਕੁਐਸਚਨ ਸਾਡਾ 18th ਕੁਐਸਚਨ ਰਹਿ ਗਿਆ। The FAA then recognized two types of operating environments. Student, two types of operating environments in good meteorological conditions. Oh my god, meteorological conditions students ਕੀ ਹੁੰਦਾ ਆ? ਮਟੀਰੀਅਲੋਜੀਕਲ ਕੰਡੀਸ਼ਨਸ ਹੁੰਦਾ ਕਿ ਵੈਦਰ ਕੰਡੀਸ਼ਨਸ। ਸੋ ਸਟੂਡੈਂਟਸ ਮੈਨੂੰ ਲੱਗਦਾ ਪੜ੍ਹਨ ਦੀ ਵੀ ਜ਼ਰੂਰਤ ਨਹੀਂ, ਸਾਨੂੰ ਆਨਸਰ ਸਾਡਾ ਮਿਲ ਜਾਣਾ। ਮਟੀਰੀਅਲੋਜੀਕਲ ਕੰਡੀਸ਼ਨਸ ਮੀਨਸ ਕੀ ਸੀਗਾ? ਇੱਥੇ ਸਾਡਾ ਵੈਦਰ ਕੰਡੀਸ਼ਨ ਸੀਗਾ, ਸੈਟਿੰਗ ਰੂਲਸ ਟੂ ਵੈਦਰ ਕੰਡੀਸ਼ਨਸ। ਤੇ ਆਪਾਂ ਇਹਨੂੰ ਪੜ੍ਹ ਲੈਂਦੇ ਵੈਸੇ ਥੋੜਾ ਜਿਹਾ। ਫਲਾਈਂਗ ਵੁੱਡ ਬੀ ਪਰਮਿਟਡ ਅੰਡਰ ਵਿਜ਼ੂਅਲ ਫਲਾਈਟ ਰੂਲਸ ਵਿਚ ਸਜੈਸਟਡ ਸਟਰੋਂਗ ਰਿਲਾਇੰਸ ਔਨ ਵਿਜ਼ੂਅਲ ਕਿਊਜ਼ ਟੂ ਮੇਨਟੇਨ ਐਨ ਐਕਸੈਪਟੇਬਲ ਲੈਵਲ ਆਫ ਸੇਫਟੀ। ਪੂਅਰ ਵਿਜ਼ੀਬਿਲਿਟੀ, ਅਗਰ ਵਿਜ਼ੀਬਿਲਿਟੀ ਘੱਟ ਹੋਊਗੀ ਮੀਨਸ ਕਿ ਵੈਦਰ ਖਰਾਬ ਹੋਊਗਾ। ਸੋ ਪੂਅਰ ਵਿਜ਼ੀਬਿਲਿਟੀ ਵਾਲਾ ਵੀ ਵੈਦਰ ਦੇ ਨਾਲ ਹੀ ਸਟੂਡੈਂਟ ਜੁੜਿਆ ਜਾਂਦਾ। ਤੁਸੀਂ ਸੁਣਦੇ ਕਿ ਧੁੰਦ ਦੇ ਵਿੱਚ ਜਿੱਦਾਂ ਹੋ ਜਾਂਦਾ। necessitated a set of instrumental flight rules। ਕਹਿੰਦਾ ਅਗਰ ਵਿਜ਼ੀਬਿਲਿਟੀ ਪੂਅਰ ਹੋਊਗੀ ਤਾਂ ਸਾਨੂੰ ਇੰਸਟਰੂਮੈਂਟਲ ਫਲਾਈਟ ਰੂਲਸ ਨੂੰ ਫੋਲੋ ਕਰਨਾ ਪੈਣਾ, ਜਿਸ ਦੇ ਵਿੱਚ ਦਾ ਪਾਇਲਟ ਰਿਲਾਈਡ ਔਨ ਦਾ altitude ਐਂਡ ਨੈਵੀਗੇਸ਼ਨ ਇਨਫੋਰਮੇਸ਼ਨ ਪ੍ਰੋਵਾਈਡਡ ਬਾਈ ਦਾ ਪਲੇਨਸ ਇੰਸਟਰੂਮੈਂਟ ਪੈਨਲ ਟੂ ਫਲਾਈ ਸੇਫਲੀ। ਇਹਦੇ ਵਿੱਚ ਕਹਿੰਦਾ ਜਿਹੜਾ ਪਾਇਲਟ ਆ ਉਹਨੂੰ altitude ਐਂਡ ਨੈਵੀਗੇਸ਼ਨਲ ਇਨਫੋਰਮੇਸ਼ਨ ਦੇ ਉੱਤੇ ਹੀ ਡਿਪੈਂਡ ਹੋਣਾ ਪੈਣਾ ਹੈ, ਜਿਹੜੀ ਕਿ ਪਲੇਨ ਦੇ ਇੰਸਟਰੂਮੈਂਟ ਪੈਨਲ ਦੇ ਦੁਆਰਾ ਪ੍ਰੋਵਾਈਡ ਕੀਤੀ ਜਾਂਦੀ ਆ। ਔਨ ਏ ਕਲੀਅਰ ਡੇ, ਅਗਰ ਕੋਈ ਦਿਨ ਸਾਫ਼ ਹੈਗਾ ਆ ਪਾਇਲਟ ਇਨ ਕੰਟਰੋਲ। ਸਟੂਡੈਂਟਸ ਪੜ੍ਹਨ ਦੀ ਜ਼ਰੂਰਤ ਨਹੀਂ ਆ ਕਿਉਂਕਿ ਆਪਾਂ ਇੰਨਾ ਪੜ੍ਹਨਾ ਨਹੀਂ ਹੈਗਾ, ਤੁਹਾਨੂੰ ਪਤਾ। ਆਨਸਰ ਸਾਨੂੰ ਮਿਲ ਗਿਆ ਵੈਦਰ ਦੀ ਕੰਡੀਸ਼ਨਸ ਹੋ ਰਹੀ, ਮਟੀਰੀਅਲੋਜੀਕਲ ਕੰਡੀਸ਼ਨਸ, ਪੂਅਰ ਵਿਜ਼ੀਬਿਲਿਟੀ, ਔਨ ਏ ਕਲੀਅਰ ਡੇ। ਡੈਫੀਨੇਟਲੀ ਆਨਸਰ ਸਾਡਾ ਜਿਹੜਾ ਹੋਊਗਾ ਉਹ ਹੋਊਗਾ 8th ਪੈਰਾਗ੍ਰਾਫ F ਦਾ ਆਨਸਰ ਸਟੂਡੈਂਟਸ। 8ਵਾਂ ਆਨਸਰ ਸਾਡਾ ਜਿਹੜਾ ਇਹਦਾ ਬਣ ਜਾਣਾ। ਬਿਨਾਂ ਪੜ੍ਹਿਆ ਸਟੂਡੈਂਟਸ ਇਹ ਸਪੀਡ ਦੇ ਨਾਲ ਤੁਸੀਂ ਇਹ ਚੀਜ਼ਾਂ ਨੂੰ ਆਇਡੈਂਟੀਫਾਈ ਕਰਨਾ ਵੀ ਕਾਹਦੀ ਗੱਲ ਕਰਦਾ ਪਿਆ, ਫਿਰ ਤੁਹਾਨੂੰ ਆਨਸਰ ਈਜ਼ੀਲੀ ਮਿਲਣੇ ਆ। ਸੋ ਲਾਸਟ ਪੈਰਾ ਰਹਿ ਗਿਆ ਸਟੂਡੈਂਟ, ਇਹਨੂੰ ਵੀ ਆਪਾਂ ਦੇਖਦੇ ਹਾਂ। ਕੰਟਰੋਲਡ 에ਅਰ ਸਪੇਸ ਇਜ਼ ਡਿਵਾਈਡਡ ਇਨਟੂ ਸੇਵਰਲ ਡਿਫਰੈਂਟ ਟਾਈਪਸ। ਓਕੇ, ਕੰਟਰੋਲਡ 에ਅਰ ਸਪੇਸ ਸੀਗੀ ਜਿਹੜੀ ਉਹਨੂੰ ਅਲੱਗ-ਅਲੱਗ ਕੈਟੇਗਰੀਜ਼ ਦੇ ਵਿੱਚ ਡਿਵਾਈਡ ਕੀਤਾ ਸਟੂਡੈਂਟ। ਮੈਨੂੰ ਲੱਗਦਾ ਸਾਨੂੰ ਆਨਸਰ ਮਿਲ ਜਾਣਾ ਈਜ਼ੀਲੀ। ਇਹਦਾ ਵੀ ਡਿਜ਼ਾਈਨਡ ਬਾਈ ਲੈਟਰਸ ਆਫ ਦਾ ਅਲਫਾਬੈਟ, ਜਿਨ੍ਹਾਂ ਨੂੰ ਕਿ ਅਲਫਾਬੈਟ ਦੇ ਲੈਟਰਸ ਦੇ ਨਾਲ ਡਿਜ਼ਾਈਨ ਕੀਤਾ ਸੀ। ਅਨਕੰਟਰੋਲਡ 에ਅਰ ਸਪੇਸ ਇਜ਼ ਡੈਜ਼ਿਗਨੇਟਡ ਐਜ਼ ਕਲਾਸ F। ਓਕੇ, ਇਹਨੂੰ ਕਲਾਸ F ਕਿਹਾ। ਵਾਈਲ ਕੰਟਰੋਲਡ 에ਅਰ ਸਪੇਸ ਬਿਲੋ 5490 meter above sea level and not in the vicinity of airport is class E। ਸਟੂਡੈਂਟ ਕਲਾਸਿਸ ਦਿੱਤੀਆਂ ਵੀ ਕਿਹੜੇ ਏਰੀਏ ਨੂੰ ਕਿਸ ਕਲਾਸਿਸ ਦੇ ਵਿੱਚ ਡਿਵਾਈਡ ਕੀਤਾ। ਆਲ 에ਅਰ ਸਪੇਸ 5, ਆਲ 에ਅਰ ਸਪੇਸ ਅਬਵ 5490 ਮੀਟਰ ਇਜ਼ ਡਿਜ਼ਾਈਨਡ ਕਲਾਸ A। ਇਹਨੂੰ ਕਲਾਸ A ਕਿਹਾ ਗਿਆ ਅਲੱਗ-ਅਲੱਗ ਨੂੰ। ਸਟੂਡੈਂਟ ਮੈਨੂੰ ਲੱਗਦਾ ਨਹੀਂ ਸਾਨੂੰ ਪੜ੍ਹਨ ਦੀ ਜ਼ਰੂਰਤ, ਆਨਸਰ ਮਿਲ ਚੁੱਕਿਆ ਸਾਨੂੰ ਕਿ ਅਲੱਗ-ਅਲੱਗ ਟਾਈਪਸ ਦੇ ਵਿੱਚ ਕਿਵੇਂ ਡਿਵਾਈਡ ਕੀਤਾ। ਸੋ ਸਾਡੇ ਕੋਲ ਇੱਕ ਆਪਸ਼ਨ ਸੀਗਾ ਇੱਥੇ डिफाइनिंग एयर स्पेस कैटेगरीज आ गई। एयर स्पेस की कैटेगरी सानू देतियां। डेफिनेटली स्टूडेंट जिहड़ा साडा पैराग्राफ जी का आंसर है वो 7th होगा। सो तुसीं देख सकते कि किन्नी जल्दी आपां जिहड़े इहदे आंसर फाइंड आउट कीते आ। सो स्टूडेंट्स इंपॉर्टेंट हुण इत्थे की हैगा आ कि तुसीं हमेशा कीवर्ड्स का ध्यान रखना है। कीवर्ड्स तो बाद तुसीं कुछ मीनिंग अपने माइंड के पहलां विचों कढ के रखने भी की इहदा वर्ड इहदे लई यूज़ कर सकदा। सो दैन ईजीली देख सकते हैं तुसीं कि असीं बड़ी जल्दी ही जिहड़े पैरा मैचिंग कर लए कंप्लीट और बिल्कुल टाइम नहीं लग्या। सो इस तरीके दे नाल स्टूडेंट्स तुसीं जिहड़ा पैरा मैचिंग लिस्ट ऑफ हैडिंग्स कर सकते हैं। हुण अगर स्टूडेंट वीडियो चंगी लगी है तो वीडियो नूं लाइक जरूर कर दिओ। इस तो बाद स्टूडेंट बाकियां दे नाल भी शेयर करो। एंड इंपॉर्टेंट चीज़ स्टूडेंट्स डोंट फॉरगेट टू सबसक्राइब माई चैनल फॉर दिस काइंड ऑफ स्टफ।